नाजरीन, इस वक्त हम उस जाए वकूआ पर मौजूद हैं जहां पर इंस्पेक्टर सैफुल्ला नियाजी को कत्ल कर दिया गया। लेकिन अफसोसनाक सूरत हाल ये है कि मकतूल के साथ जहां पर हमदर्दियां होनी चाहिए, वहां पर एक मुलजिम और कातिल के साथ लोगों की एक बड़ी हमदर्दियां। हमारी पहले गुफ्तगू हुई, अब हम उन लोगों की गुफ्तगू आपको सुनवाते हैं। वो जो लोग अदील को जानते थे, इंस्पेक्टर सैफुल्ला नियाजी को जानते थे। पहले ये जगह बता दें कि ये बिल्कुल वो जगह है जो दरवाजा खोला जाए तो साथ ही वो मुकाम था जहां पर फायरिंग करके अदील की जानिब से इंस्पेक्टर सैफुल्ला नियाजी को कत्ल किया गया। लाश को भी सुपुर्दे खाक कर दिया गया है। इस वक्त हम उसी जगह पर मौजूद हैं और ये पीछे आप देख सकते हैं हमारे वो वर्कशॉप जहां पर अदील मुलाजमत करता था अपने चचा के पास। कुछ लोग हमारे साथ जो अदील को जानते थे उन्हीं से जानते हैं। भाई सैफुल्ला नियाजी साहब ने भी जानते थे, जानते ते अदील की मामला सी इन्हां दा की ताल्लुक सी आपस दे विच? सर इन्हां बहुत 5-7 साल तो करने एक दूसरे के करना करीबी ने 5-7 साल तो एक दूसरे के करीबी हो गए। दील जेड़ा लड़का है ना, दील इन्हां दा काम वगैरह करता है। अच्छा, काम एदा मैकेनिक ट्रैक्टर मैकेनिक है दील दा। ते लेकिन ए जदों आंदा सी इन्हां दी उपर ऐशे थल्ले दील दी वर्कशॉप अपने चाचा को काम करदा सी। कारे खास टाइप सी उन्हां आंदा दा कर कोई भी काम करन एसएचओ साहब ने कोई भी काम दील करा दी बेटा करा दी चाहे ले गया गड्डी छड़ के आया मेरा पिस्टल ऊपर रख अथों दिकर इन्हां कोल एक गन है किसी एक पिस्टल हैगा सी एसएचओ को गोलियां कढवांदा सी उंदे कोल। अच्छा, ओ मैं कुछ तस्वीरां भी देखी अज जो अदील ने पिस्तौल फड़िया है अपने हथियारां दी उंदे कोल गोलियां भी कढवांदा हुंदा। ठीक है, ते लेकिन ए हैगा सी सारी मार्केट दे विच ना एसएचओ को तंग आई जेड़ा ज्यादा बंदा बहुता तंग करदा सी ना ਉਹ ਫਿਰ ਦਿਲ ਸਿਫਾਰਿਸ਼ ਕਰਦਾ ਸੀ ਚਾਚਾ ਜੀ ਨੂੰ ਨਾ ਤੰਗ ਕਰਿਆ ਕਰੋ, ਚਾਚਾ ਜੀ ਨੂੰ ਨਾ ਤੰਗ ਕਰਿਆ ਕਰੋ, ਲੇਕਿਨ ਗਾਲ ਬਹੁਤ ਗੰਦੀ ਕੱਢਦਾ ਸੀ। ਅੱਛਾ, ਗਾਲ ਤੋਂ ਬਗੈਰ ਨਹੀਂ ਬੋਲਦਾ। ਕੀ ਲੋਕਾਂ ਨਾਲ ਕੀ ਰਵਈਆ ਸੀ? ਲੋਕਾਂ ਨਾਲ ਰਵਈਆ ਜਿਹੜਾ ਦੇ ਸਾਹਮਣੇ ਆ ਗਿਆ ਨਾ ਤਾਂ ਸਮਝੋ ਤੁਸੀਂ ਫਰੋਂ ਦੇ ਸਾਹਮਣੇ ਆ ਗਏ। ਗਾਲ ਤੋਂ ਬਗੈਰ ਇਹਨੇ ਚਪੇੜ ਮਾਰ ਕੇ ਨੂੰ ਪਰੇ ਕਰਨਾ। ਕੋਈ ਬਾਈਕ ਆ ਗਈ, ਬਾਈਕ ਨੂੰ ਲੱਤ ਮਾਰ ਦੇਣਾ। ਇਸ ਜਿਹੜੀ ਜਗ੍ਹਾ ਤੁਸੀਂ ਖਲੋਤੇ ਹੋ ਨਾ, ਤੁਸੀਂ ਸਰ ਭਾਵੇਂ ਜਿੰਨੇ ਮਰਜ਼ੀ ਪੜੇ ਲਿਖੇ ਤੁਹਾਡੀ ਜ਼ਰੂਰਤ ਨਹੀਂ ਪੈਣੀ ਉਹਦੇ ਸਾਹਮਣੇ ਖਲੋਣ ਦੀ। ਉਹਨੇ ਬਦਤਮੀਜ਼ੀ ਨਹੀਂ ਕੋਈ ਤੁਹਾਡੇ ਨਾਲ ਕੀਤੀ ਜਾਣੀ। ਤੁਸੀਂ ਕਹਿੰਦੇ ਹੋਇਆ ਕੀ ਹੈ? ਉਹਨੇ ਪਿਸਤਲ ਹੱਥ 'ਚ ਫੜਿਆ ਹੋਣਾ ਹੈ, ਡੇਲੇ ਉਹਨੇ ਪੁੱਠੇ ਕਰਕੇ ਤੇ ਬੜੀਆਂ ਚਾਂਗੜਾਂ ਦੇ ਨਾਲ ਗਾਲਾਂ ਉੱਚੀ ਕੱਢੇਗਾ, ਗਾਲ ਬਹੁਤ ਜ਼ਿਆਦਾ ਕੱਢੇਗਾ। ਲੇਕਿਨ ਹੱਦ ਤੋਂ ਜ਼ਿਆਦਾ ਇਹਨੇ ਦੀਲ ਨੇ ਪਾਕਿਸਤਾਨ ਨੂੰ ਗਾਲਾਂ ਕੱਢੀਆਂ ਨੇ, ਦੀਲ ਦੇ ਅੱਬੂ ਨੂੰ ਗਾਲਾਂ ਕੱਢੀਆਂ ਨੇ। ਤੇ ਲੇਕਿਨ ਇਸ ਵੱਲੋਂ ਜਿਹੜਾ ਦੀਲ ਦਹਿਸ਼ਤ 'ਚ ਆ ਕੇ ਉਹਦੇ ਪਿਸਤਲ ਨਾਲ ਕਤਲ ਕਰ ਦਿੱਤਾ। ਅੱਛਾ, ਵਾਲਦ ਨੂੰ ਵੀ ਉਹਦੇ ਗਾਲਾਂ ਕੱਢੀਆਂ, ਉਹ ਕੀ ਵਜ੍ਹਾ ਬਣੀ? ਕਤਲ ਹੋਣ ਤੋਂ ਇੱਕ ਦਿਨ ਪਹਿਲੇ ਉਹਦੇ ਸਾਥ ਨੂੰ ਗਾਲਾਂ ਕੱਢੀਆਂ ਸੂ, ਉਹਨੂੰ ਦੀਲ ਨੂੰ ਗਾਲਾਂ ਕੱਢੀਆਂ ਸੂ। ਐਵੇਂ ਨਹੀਂ ਚਾਹਿਆ ਸੀ ਗਾਲਾਂ ਕੱਢਣ ਦੇ ਨਾਲ। ਇੱਕ ਡੈਲਕ ਹੈਗਾ ਨਿਆਜੀ ਸਾਹਿਬ ਦਾ, ਬਹੁਤ ਡੈਲਕ ਜ਼ਿਆਦਾ ਮਾਰਦੇ ਵੀ ਉਹ ਲੋਰੀ ਨੇ ਮੈਨੂੰ ਪਤਾ ਹੈ ਇਹ ਲੋਰੀ ਮੇਰੀ ਮੈਂ ਕਿਸੇ ਨੂੰ ਛੋੜਾ ਚੱਲ ਨਿਕਲ। ਇੰਜ ਦੀਆਂ ਦੁਕਾਨਾਂ ਜਿਹੜਾ ਕੋਈ ਦੁਕਾਨਦਾਰ ਦੀ ਜ਼ਰੂਰਤ ਨਹੀਂ ਸੀ ਪੈਂਦੀ ਉਹਨਾਂ ਅੱਗੇ ਬੋਲਣ ਦੀ। ਪਿਆਰ ਮੁਹੱਬਤ ਕਿਸੇ ਨਾਲ ਨਹੀਂ ਕਰਦੇ, ਕਿਸੇ ਨਾਲ ਦੀਲ ਨਾਲ ਹੁੰਦਾ ਸੀ। ਕਿਸੇ ਟਾਈਮ ਕਰਨਾ, ਕਿਸੇ ਟਾਈਮ ਮੂਡ ਦੇ ਵਿੱਚ ਹੋਣਾ ਦੀਲ ਬੇਟਾ ਤੇਰੇ ਦੀਲ ਹੱਸਦਾ ਖੇਡਦਾ ਦੀ ਗੱਡੀ ਦਾ ਝੂਟਾ ਲੈ ਲਿਆ ਸਾਫ਼ ਕਰਕੇ ਇੱਥੇ ਲੈਣ ਦੀ, ਇਸ ਤਰ੍ਹਾਂ ਦਾ ਕੰਮ ਕੋਈ ਹੋ ਗਿਆ। ਉਸੇ ਦਿਨ ਦੀਲ ਨੂੰ ਗਾਲਾਂ ਕੱਢੀਆਂ, ਦੀਲ ਦੇ ਸਾਹ ਨੂੰ ਗਾਲਾਂ ਕੱਢੀਆਂ। ਦੀਲ ਦਾ ਸਾਹ ਜਿਹੜਾ ਸੀ ਦੀਲ ਦਾ ਚਾਚਾ ਸੀ। ਦੀਲ ਚਲਾ ਗਿਆ ਰਾਤ ਨੂੰ 10 ਵਜੇ ਘਰ। ਇਹਨੇ ਪਿੱਛੋਂ ਦੀਲ ਨੂੰ ਫੋਨ ਕਰਕੇ ਨਾ ਬੁਲਾਉਣ ਦੀ ਕੋਸ਼ਿਸ਼ ਕੀਤੀ ਵੀ ਮਹਿਮਾਨ ਆਏ ਸੀ, ਕਿਸੇ ਕੋਈ ਲੈਣਾ ਦੇਣਾ ਕੋਈ ਇਸ ਤਰ੍ਹਾਂ ਦੇ ਚੱਕਰਾਂ 'ਚ। ਦੀਲ ਦਾ ਮੋਬਾਈਲ ਘਰ ਚਾਰਜਰ ਲੱਗਾ ਹੋਇਆ ਸੀ। ਦੀਲ ਨੂੰ ਫੋਨ ਕਰਦਾ ਰਿਹਾ, ਕੋਈ 8-10 ਵਾਰੀ ਕੀਤਾ। ਦੀਲ ਨੇ ਮੋਬਾਈਲ ਚਾਰਜਰ ਤੇ ਲੱਗਾ ਸੀ। ਦੀਲ ਦੇ ਅੱਬੂ ਨੇ ਮੋਬਾਈਲ ਜੱਸ ਕਰ ਲਿੱਤਾ, ਉਹਨੂੰ ਗਾਲਾਂ ਕੱਢਣ ਲੱਗ ਪਿਆ। ਕਿੰਨੀ ਦੇਰ ਹੋ ਗਿਆ ਤੈਨੂੰ ਫੋਨ ਕਰ ਰਿਹਾ, ਤੂੰ ਫੋਨ ਨਹੀਂ ਚੱਕ ਰਿਹਾ। ਉਹਨੇ ਕਿਹਾ ਮੈਂ ਦੀਲ ਦਾ ਅੱਬੂ ਬੋਲਣਾ ਪਿਆ। ਤੁਸੀਂ ਕੌਣ ਬੋਲਦੇ ਹੋ ਦੱਸੋ ਮੈਨੂੰ। ਉਹਨੇ ਕਿਹਾ ਦੀਲ ਦਾ ਮੈਂ ਪਿਓ ਬੋਲਣਾ ਪਿਆ। ਕੱਲ ਤੇ ਉਹਨਾਂ ਤੇਰਾ ਪਿਓ ਨਹੀਂ ਸੀ ਬੁਲਾ ਰਹੇ। ਉਹ ਦੀਲ ਉਹਨੇ ਫੋਨ ਕੱਟ ਦਿੱਤਾ ਦੀਲ ਦੇ ਅੱਬੂ ਨੇ। ਜਿਸ ਟਾਈਮ ਬਾਅਦ ਜੋ ਦੀਲ ਘਰ ਆਇਆ ਉਹਨੇ ਦੱਸਿਆ, ਉਹਨੇ ਕਿਹਾ ਬਗੈਰ ਤਾਂ ਮੈਨੂੰ ਵੀ ਗਾਲਾਂ ਕੋਈ ਆ ਗਿਆ। ਕੌਣ ਹੈ? ਉਹਨੇ ਨੰਬਰ ਦੇਖਿਆ ਐਸਐਚਓ ਦਾ ਨੰਬਰ। ਉੱਥੋਂ ਕਰੇ ਨਾ ਸੁਬਾਹ ਨੂੰ ਉਹਦੇ ਉਸਤਾਦ ਨੂੰ ਗਾਲਾਂ ਪਈਆਂ, ਚਾਚੇ ਨੂੰ, ਉਸਤਾਦ ਵੀ ਉਹਦਾ ਚਾਚਾ। ਰਾਤ ਨੂੰ ਉਹਦੇ ਪਿਓ ਨੂੰ ਗਾਲਾਂ ਪਈਆਂ, ਧੀਆਂ ਭੈਣਾਂ ਦੀਆਂ। ਉਹ ਉੱਥੋਂ ਕਰੇ ਨਾ ਟੈਨਸ਼ਨ ਲੈ ਗਿਆ। ਹੋਰ ਮਾਰਕੀਟ ਦੇ ਬੰਦਿਆਂ ਨੂੰ ਗਾਲਾਂ ਕੱਢਦੇ। ਦੀਲ ਐਡੀ ਟੈਨਸ਼ਨ ਨਹੀਂ ਸੀ ਲੈਂਦਾ। ਉਹਦੇ ਅੱਬੂ ਨੂੰ ਗਾਲਾਂ ਪਈਆਂ, ਦੀਲ ਨੂੰ ਗਾਲਾਂ ਪਈਆਂ, ਦੀਲ ਦੇ ਚਾਚੇ ਨੂੰ ਗਾਲਾਂ ਪਈਆਂ। ਉਹ ਅਗਲੇ ਦਿਨ ਆ ਕੇ ਉਹਨੇ ਕਿਹਾ ਚਾਚਾ ਜੀ ਤੁਸੀਂ ਮੇਰੇ ਅੱਬੂ ਨੂੰ ਗਾਲਾਂ ਕੱਢੀਆਂ, ਰਾਤੀ ਫੋਨ ਕਰਕੇ ਦੇਖ ਦੋ ਲਵੋ ਕੌਣ ਹੈਗਾ। ਉਹਨੂੰ ਫਿਰ ਗਾਲਾਂ ਕੱਢਦਾ ਰਿਹਾ। ਫਿਰ ਉਹਨੂੰ ਗਾਲਾਂ ਉੱਥੋਂ ਫਿਰ ਦੀਲ ਨੇ ਉਹਦੇ ਕਮਰੇ 'ਚੋਂ ਪਿਸਤਲ ਫੜਿਆ, ਉਹਦੀ ਗੱਡੀ 'ਚੋਂ ਪਿਸਤਲ ਫੜਿਆ। ਅੱਲਾ ਬੇਕਰ ਜਾਣਦਾ। ਫਿਰ ਉਹ ਇੰਜ ਕਤਲ ਹੋ ਗਿਆ। ਫਿਰ ਉਹਨੇ ਕਤਲ ਹੋਇਆ ਤੇ ਕਤਲ ਕਰਕੇ ਸਰ ਨਸਿਆ ਨੇ। ਅੱਛਾ, ਇਸ ਜਗ੍ਹਾ ਜਿਹੜੀ ਜਗ੍ਹਾ ਤੁਸੀਂ ਮੌਜੂਦ ਇੱਥੇ ਹੀ ਖਲੋਤਾ ਰਿਹਾ। ਇਸ ਜਗ੍ਹਾ ਦੇ ਉੱਤੇ ਕਤਲ ਕਰਕੇ ਆ ਕੇ ਪਿਸਤਲ ਨੇ ਹੱਥੇ ਫੜ ਕੇ ਕੋਈ 3-4 ਮਿੰਟ ਖਲੋਤਾ ਰਿਹਾ। ਇੱਥੇ ਹੀ ਖਲੋਤਾ ਰਿਹਾ। 3-4 ਮਿੰਟ ਬਾਅਦ ਡੋਨਪੋਲ ਵਾਲੇ ਰੌਂਡ ਦੇ ਲੰਘਦੇ ਪਏ ਸੀ। ਉਹਨਾਂ ਦੇਖਿਆ ਵੀ ਇੱਥੇ ਰਸ਼ ਲੱਗਾ ਹੋਇਆ ਹੈ। ਉਹ ਖਲੋਤੇ ਨੇ ਵੇਖਿਆ ਪਿਸਤਲ ਹੱਥ 'ਚ। ਉਹ ਇੱਕ ਬਾਜ਼ੂ ਫੜਿਆ, ਉਹਨੇ ਕਿਹਾ ਬਾਜ਼ੂ ਮੇਰਾ ਨਾ ਫੜੋ, ਮੈਂ ਨਸਣਾ ਹੁੰਦਾ ਕਦੇ ਨਾ ਜਾਣਾ ਸੀ, ਤੁਹਾਡਾ ਇੰਤਜ਼ਾਰ ਨਹੀਂ ਸੀ ਕਰਨਾ। ਆ ਫੜ ਪਿਸਤਲ, ਇਹ ਪਿਸਤਲ ਨੂੰ ਮਾਰ ਰਿਹਾ। ਉਹਨੇ ਆ ਗੱਲ ਕੀਤੀ, ਉਹਨਾਂ ਗ੍ਰਿਫਤਾਰ ਕਰ ਦਿੱਤਾ।
ਤੇ ਤੁਸੀਂ ਕਿੰਨੇ ਅਰਸੇ ਤੋਂ ਇੱਧਰ ਹੀ ਕੰਮ ਕਰਦੇ ਹੋ ਇੱਥੇ ਹੀ? ਮੈਂ ਸਰ ਟਰਾਲੀ ਟਰੈਕਟਰ ਦਾ ਡਰਾਈਵਰ ਹੈਗਾ ਵਾ, ਮੈਨੂੰ ਤਕਰੀਬਨ ਕੋਈ 20 ਸਾਲ ਹੋ ਗਏ ਮੈਂ ਸੱਡੇ ਦੇ ਵਿੱਚ। ਅੱਛਾ, ਉਹ ਮਕੈਨਿਕ ਵੀ ਟਰੈਕਟਰ ਟਰਾਲੀ ਦਾ ਹੀ ਸੀ, ਟਰੈਕਟਰਾਂ ਦਾ? ਹਾਂਜੀ, ਟਰੈਕਟਰਾਂ ਦਾ ਮਕੈਨਿਕ ਸੀ। ਅਦੀਲ ਮਕੈਨਿਕ ਬਣ ਗਿਆ ਹੋਇਆ ਸੀ ਕਿ ਬਣ ਰਿਹਾ ਸੀ? ਤਕਰੀਬਨ ਇਹਨੂੰ ਕੋਈ 7 ਸਾਲ ਹੋ ਗਏ ਨੇ, ਕੰਮ ਤਕਰੀਬਨ 80% ਟਰੈਕਟਰ ਟਰਾਲੀ ਦਾ ਕੰਮ ਕਰ ਲੈਂਦਾ ਸੀ। ਠੀਕ ਹੈ। ਤੇ ਤਕਰੀਬਨ 7 ਸਾਲ ਹੋ ਗਏ ਨਿਆਜ਼ੀ ਸਾਹਿਬ ਨੂੰ ਉੱਥੇ ਐਸਐਚਓ ਨੂੰ ਕਰੇ, ਉੱਥੇ ਰੈਸ਼ ਕਰਦਿਆਂ ਨੂੰ ਉਹਨਾਂ 10-11 ਸਾਲ ਹੋ ਗਏ। 10-11 ਸਾਲ 10-11 ਸਾਲ। ਸਜਾਦ ਨਾਮ ਦੇ ਵਾਰਡਨ ਵੀ ਉਹਨਾਂ ਦੇ ਨਾਲ ਹੀ ਉਹ ਵੀ ਰਹਿੰਦੇ? ਉਹਨਾਂ ਦੇ ਨਾਲ ਹੀ ਰਹਿੰਦੇ। ਉਹ ਕਿਹੋ ਜਿਹੇ ਬੰਦੇ? ਉਹ ਬਹੁਤ ਅੱਛੇ। ਅੱਛਾ ਉਹ ਜੀ। ਅੱਛੇ, ਉਹ ਬਹੁਤ ਅੱਛੇ। ਉਹ ਲੰਘਦੇ ਟੱਪਦੇ ਬਲਕਿ ਕਿਸੇ ਨੂੰ ਬੁਲਾਉਂਦੇ ਹੀ ਨਹੀਂ, ਤੇ ਬੁਲਾਉਂਦੇ ਵੀ ਤੇ ਕੀ ਹਾਲ ਚਾਲ ਹੈ, ਬਸ ਅੰਨੀ ਗੱਲ ਕਰਕੇ ਉਹ ਲੰਘ ਟੱਪ ਜਾਂਦੇ ਨੇ। ਔਰ ਮਾਰਕੀਟ ਦੇ ਜਿਹੜੇ ਨਿਆਜ਼ੀ ਸਾਹਿਬ ਨੇ ਬਜਾਜ, ਉਹ ਵੀ ਬਹੁਤ ਅੱਛੇ ਨੇ। ਤੁਸੀਂ ਸ਼ਾਇਦ ਇੱਥੇ ਵੇਖਿਆ ਹੋਇਆ, ਇੱਕ ਇੱਥੇ ਛੋਟਾ ਜਿਹਾ ਹੋਟਲ ਹੈਗਾ ਢਾਬਾ, ਨਿਆਜ਼ੀ ਸਾਹਿਬ ਕਿਸੇ ਟਾਈਮ ਆਉਂਦੇ ਨੇ, ਬੜੇ ਸ਼ੌਕ ਨਾਲ ਉਹਨਾਂ ਕੋਲ ਚਾਹ ਪੀਂਦੇ ਹੈ। ਜਿਹੜਾ ਨਿਆਜ਼ੀ ਮਾਰਕੀਟ ਅੱਡੇ ਨਿਆਜ਼ੀ ਇਹ ਮਾਰਕੀਟ ਦੇ ਮਾਲਕ ਜਿਹੜੇ? ਹਾਂਜੀ, ਉਹ ਆਉਂਦੇ ਨੇ, ਉਹ ਨਿੱਕੇ ਜਿਹੇ ਢਾਬੇ ਕੋਲ ਬੜੇ ਸ਼ੌਕ ਦੇ ਨਾਲ ਤੇ ਕੁਰਸੀ ਢਾ ਕੇ ਸਾਡੇ ਵਰਗੇ ਮਜ਼ਦੂਰਾਂ ਨੂੰ ਆਸ-ਪਾਸ ਕੋਲ ਬਿਠਾ ਕੇ ਚਾਹ ਬੜੇ ਸ਼ੌਕ ਨਾਲ ਪੀਂਦੇ ਨੇ। ਤੇ ਇਹ ਜਿਹੜਾ ਐਸਐਚਓ ਨਿਆਜ਼ੀ ਸੀ, ਇਹਨੂੰ ਅੱਡਾ ਨਹੀਂ ਸੀ ਲਾਉਣ ਦਿੰਦਾ, ਇਹਦੇ ਨਾਲ ਬੜੀ ਬਦਤਮੀਜ਼ੀ ਕਰਦਾ ਸੀ। ਇਹਦੇ ਕੋਲ ਫ੍ਰੀ ਚਾਹ, ਇਹਦੇ ਭਾਂਡੇ ਦਿੰਦਾ। ਚਾਹ ਵੀ ਫ੍ਰੀ? ਚਾਹ ਵੀ ਇਹਦੀ ਫ੍ਰੀ, ਇਹਨੇ 1-2 टाइम चाय डेली की फ्री करनी होती थी। अफसोसनाक सूरत हाल है नाजरीन, जिंदगी में आप जैसा लोगों के साथ बर्ताव रखेंगे वैसा फिर आपको देखना पड़ेगा, और उसके नुकसानात यहाँ पर दुनिया में नहीं बल्कि आखिरत में भी भुगतने पड़ते हैं। इंसान जब दुनिया से चले जाते हैं तो लोग दिल बड़ा करके उसे माफ कर देते हैं, लेकिन ये पहला एक अफसोसनाक वाकया लाहौर में हुआ है जब जिसमें मकतूल के साथ लोगों को हमदर्दियां नहीं है। बड़े अफसोस के साथ कहना पड़ रहा है, लेकिन ये अवामी जज्बात है। मजीद लोग भी हमारे साथ मौजूद हैं। भाई तुसी दसो किहो जिहा एक्सपीरियंस रहा है ਨਿਆਜ਼ੀ ਸਾਹਿਬ ਦੇ ਨਾਲ? ਨਿਆਜ਼ੀ ਸਾਹਿਬ ਜੀ ਦੁਨੀਆ ਤੋਂ ਚਲੇ ਗਏ ਨੇ, ਅਸੀਂ ਚਲੇ ਗਏ। ਬਿਲਕੁਲ, ਸਭ ਨੇ ਚਲੇ ਜਾਣਾ, ਕਿਸੇ ਨੇ ਨਹੀਂ ਇੱਥੇ। ਉਹਨਾਂ ਦਾ ਰਵੱਈਆ ਕਿਸੇ ਮਜ਼ਦੂਰ ਨਾਲ, ਕਿਸੇ ਡਰਾਈਵਰ ਨਾਲ, ਕਿਸੇ ਦੁਕਾਨਦਾਰ ਨਾਲ ਬਿਲਕੁਲ ਸਹੀ ਨਹੀਂ ਸੀ। ਤੇ ਅਦੀਲ ਕਿਹੋ ਜਿਹਾ ਬੱਚਾ ਸੀ? ਅਦੀਲ ਜਿਹੜਾ ਨਾ ਬੜਾ ਹਸਮੁਖ ਬੱਚਾ ਸੀ, ਬਸ ਇਹਦੇ ਨਾਲ ਸਲਾਮ ਦੁਆ ਸੀ, ਮਿਲਣ ਜੁਲਣ ਆਣ ਜਾਣ ਇਕੱਠਾ ਸੀ। ਤੇ ਲੇਕਿਨ ਉਹ ਜਿਹੜਾ ਨਾ ਆਪਣਾ ਉਹ ਗਾਲਾਂ ਕੱਢਣ ਤੋਂ ਜਿਹੜਾ ਨਾ ਕਿਸੇ ਨੂੰ ਬਾਜ਼ ਨਹੀਂ ਸੀ ਆਉਂਦੇ, ਤੇ ਉਹਨੂੰ ਵੀ ਗਾਲਾਂ ਕੱਢ ਦਿੰਦੇ ਇਸ ਗੱਲ ਤੋਂ। ਇਹ ਤੇ ਕਤਲ ਤੇ ਨਹੀਂ ਕਰਨਾ ਚਾਹੀਦਾ, ਕਤਲ ਤੇ ਗਲਤ ਗੱਲ ਹੈ ਨਾ, ਇਨਸਾਨ ਦੀ ਕਿਸੇ ਦੀ ਜਾਨ ਲੈ ਲੈਣਾ ਗਲਤ ਗੱਲ, ਬਿਲਕੁਲ ਅਸੀਂ ਵੀ ਕਹਿੰਦੇ ਆ ਗਲਤ ਗੱਲ ਹੈ। ਲੇਕਿਨ ਹਰ ਰੋਜ਼ ਕਿ ਇੱਕ ਬੰਦੇ ਨੂੰ ਤੁਸੀਂ ਜਿਹੜਾ ਨਾ ਜ਼ਲੀਲ ਨਾ ਕਰੋ, ਰੋਜ਼ ਮਰਨ, ਇੱਕ ਦਿਨ ਮਰ ਗਿਆ ਨਹੀਂ ਬੰਦਾ ਸੀ। ਬਿਸਤਰ ਰੋਈ ਹੁੰਦਾ ਵੇ। ਸਹੀ ਹੈ। ਮਜ਼ੀਦ ਬਜ਼ੁਰਗ ਵੀ ਸਾਡੇ ਨਾਲ ਮੌਜੂਦ ਨੇ। ਤੁਸੀਂ ਬਜ਼ੁਰਗੋ ਕੀ ਜਾਣਦੇ ਸੀ, ਕੀ ਵੇਖਦੇ ਸੀ ਇਹ ਸਾਰਾ ਕੁਝ? ਅਸੀਂ ਵੀ ਇੱਥੇ ਹੀ ਜੰਮ ਪਾਏ, ਇੱਥੇ ਹੀ ਮਿਲੇ ਜੀ। ਕਿਹੜਾ ਬੱਚਾ ਇਹਦਾ ਸਾਡੇ ਥਾਂ ਜੰਮ ਅਦੀਲ? ਅਦੀਲ। ਅੱਛਾ। ਮਾੜਾ ਮੋੜਾ ਰਿਸ਼ਤੇਦਾਰ ਵੀ ਲਾ ਕੇ ਹਾਂ, ਨਾ ਕੋਈ ਸਿਗਰਟ ਪੀਂਦਾ ਤੇ ਨਾ ਕੁਛ। 8-9 ਵਜੇ ਘਰੋਂ ਆਉਂਦਾ ਜਿੱਥੇ ਆਪਣੇ ਕੰਮ ਤੇ। ਇਹ ਬੰਦੇ ਦੀ ਗੱਲ ਹੈ, ਇਹ ਦੁਆ ਕਰੀ ਜਾਈ, ਇਹ ਇੰਝ ਰੱਖਿਆ, ਉਸ ਤਰ੍ਹਾਂ ਕਿਸੇ ਨੇ ਨਹੀਂ ਮਾਫੀ। ਇੱਥੇ ਔਰਤ ਵੀ ਲੰਘ ਜਾਏ ਜਾਂ ਖਲੋ ਜਾਏ, ਉਹਦੀ ਧੀ ਭੈਣ ਇੱਕ ਹੀ ਕਰ ਦਿੰਦਾ ਸੀ। तो दुनिया में चंगा ही है, बंदे में जान छूट गई। ये बुजुर्ग शख्सियत है। हमारे साथ एक नौजवान भाई भी मौजूद है। भाई ਕਿਸੇ ਨੂੰ ਅਦੀਲ ਨੂੰ ਨਹੀਂ ਮਾਫੀ ਜਾਣਦੇ ਸੀ? ਦਿੱਤੀ। ਅਦੀਲ ਨੂੰ ਸੈਫੁੱਲਾ ਨਿਆਜ਼ੀ ਸਾਹਿਬ ਨੂੰ ਜਿਹਨਾਂ ਦਾ ਕਤਲ ਹੋ ਗਿਆ, ਕੀ ਵੇਖਿਆ, ਕਿੰਨੇ ਅਰਸੇ ਤੋਂ ਜਾਣਦੇ ਹੋ? ਅਦੀਲ ਅੱਛਾ ਆਦਮੀ, ਸ਼ਰੀਫ ਬੱਚਾ ਸੀ, ਮਜ਼ਦੂਰੀ ਕਰਦਾ ਸੀ ਇੱਥੇ। ਅੱਛਾ। ਕੀ ਹੈ, ਵਰਦੀ ਦਾ ਨਜਾਇਜ਼ ਫਾਇਦਾ ਚੁੱਕਦੇ ਹੋਏ ਕੋਈ ਵੀ ਕੰਮ ਕਹਿਣਾ, ਉਹਨੇ ਆਪਣਾ ਕੰਮ ਛੱਡ ਕੇ ਦਾ ਕੰਮ ਕਰ ਦੇਣਾ। ਠੀਕ ਹੈ। ਠੀਕ ਹੈ, ਪਰ ਗੱਲ ਆਉਂਦੇ ਤੱਕ ਸੀ ਉਹ ਬਰਦਾਸ਼ਤ ਕਰਦਾ ਰਿਹਾ 2-3 ਸਾਲ ਤੇ। ਜਦੋਂ ਉਹਦੇ ਵਾਲਦੈਨ ਨੇ ਗੱਲ ਕੀ ਇਹਨੇ ਗਾਲਾਂ ਕੱਢੀਆਂ, ਬਰਦਾਸ਼ਤ ਪਹਿਲੇ ਦਿਨ ਮੁਸਤਾਨ ਨੂੰ ਗਾਲਾਂ ਕੱਢਦਾ ਰਿਹਾ। ਇਹਨੇ ਕਿਹਾ, ਜਵਾਬ ਦਿੱਤਾ ਕਿ ਮੈਂ ਨਹੀਂ ਤੇਰਾ ਕੰਮ ਕਰਨਾ, ਬੰਦ ਕਰ ਦਿਓ, ਦਵਾ ਹੋ ਜਾਵੇ। ਮਾਮਲਾ ਫੜਿਆ ਜਾਵਾਂਗੇ। ਉਹ ਆਪਣਾ ਕੰਮ ਵੀ ਕਰਵਾਉਂਦਾ ਸੀ, ਨਾਲ ਉਹਨੂੰ ਗਾਲਾਂ ਵੀ ਕੱਢਦਾ ਸੀ। ਵੀ ਇੱਕ ਵਰਦੀ ਦੇ ਸਿਰ ਤੇ ਫਿਸਲ ਆਦੇ ਨਹੀਂ ਪੜਿਆ ਹੁੰਦੇ ਕਿ ਕੋਈ ਤੇ ਅਦੀਲ ਨੇ ਗਲਤ ਨਹੀਂ ਕੀਤਾ ਕਤਲ ਕਰਕੇ? ਭਾਈਜਾਨ ਗਲਤ ਕੀਤਾ, ਕਿਉਂਕਿ ਪੁਲਿਸ ਇੰਸਪੈਕਟਰ ਦਾ ਕਤਲ ਕਰ ਦੇਣਾ ਕਿੱਡਾ ਵੱਡੀ ਗੱਲ ਹੈ। ਮੁਸ਼ਕਿਲ ਚ ਪੈ ਸਕਦਾ ਪੂਰਾ ਖਾਨਦਾਨ। ਬਹੁਤ ਵੱਡੀ ਗੱਲ ਹੈ। ਉਹਦੇ ਤੱਕ ਸੀ ਬਰਦਾਸ਼ਤ ਕਰਦਾ ਰਿਹਾ। ਜਦੋਂ ਉਹਦੇ ਘਰਲਿਆਂ ਤੱਕ ਗੱਲ ਗਈ, ਉਹਨੇ ਕਿਹਾ ਯਾਰ ਕਿ ਮੈਂ ਹੁਣ ਬਗੈਰ ਤੋਂ ਕੋਈ ਭੱਜ ਜਾਣਾ। ਉਹਦੇ ਕੋਲ ਹੋਰ ਹਾਸਾ ਕੋਈ ਨਹੀਂ। ਅਦੀਲ ਨਾਲ ਦੋਸਤੀ ਸੀ ਤੁਹਾਡੀ? ਨਹੀਂ, ਜਾन पहचान? ਅਸੀਂ ਕੰਮ ਕਰਨਾ ਸੀ, ਉਤਰਾਣਾ कम करवाना आते सी। नाज़रीन, आप गुफ्तगू सुन रहे हैं, ये लोग हैं और बड़ी तादाद में यहाँ पर जमा है जिनको रोज ही मिलना जुलना होता था मकतूल इंस्पेक्टर सैफुल्ला नियाजी के साथ, और अदील के साथ भी इनका मिलना जुलना होता था। अदील बिल्कुल ही करीब 100 फुट रोड है, शेराकोट वहीं का रिहायशी है, और ये शेराकोट का वो इलाका बाबू साबू है जहाँ पर मकतूल ने रिहाइश इख्तियार कर रखी थी। पहले व्लॉग्स में भी बताया कि ये नियाजी ट्रैवल वालों की जगह है, उन्होंने दे रखी थी। उसके साथ मकतूल के साथ एक ट्रैफिक वार्डन सज्जाद नाम का, वो भी यहीं पर रिहाइश पजीर था, और ये रूममेट थे। और ये वकूआ जो है
वो 2 रोज कबल यहाँ पर ही पेश आया जब अदील ने उसी पिस्टल से, मकतूल के ही पिस्टल से उसे फायरिंग करके कत्ल कर दिया और कत्ल करने के बाद यहीं पर मौजूद रहा और फिर उसने पुलिस को गिरफ्तारी दे दी। पुलिस ने मुकदमा दर्ज किया, उसमें फरार करार दिया गया था। अब हमें ज़राए ने बताया कि अदील की गिरफ्तारी डाल दी गई है और उसका 5 रोज का जिस्मानी रिमांड भी हासिल कर लिया गया है। मजीद इस केस में जो भी हकायक होंगे उनसे भी आगाह करेंगे। तो जल्द ही अगले व्लॉग में मुलाकात होती है। तब तक के लिए अपने मेजबान सलमान कुरैशी को इजाजत दीजिए। अल्लाह ने के बाद।